हर कोई कहता कि मेरा जिहड़ा स्क्रिप्चर आ वो एब्सोल्यूट ट्रुथ आ, ਤਾਂ ਕਿਉਂਕਿ ਹਰ ਕਿਸੇ ਨੂੰ ਇਸ ਤਰੀਕੇ ਨਾਲ ਕੰਡੀਸ਼ਨ ਕੀਤਾ ਜਾਂਦਾ। ਕਿਉਂਕਿ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਜੇ ਕੋਈ ਹਿੰਦੂ ਘਰਾਣੇ 'ਚ ਪੈਦਾ ਹੋਇਆ ਜਾਂ ਕੋਈ ਮੁਸਲਮਾਨ ਜਾਂ ਕੋਈ ਕ੍ਰਿਸਚੀਅਨ ਜਾਂ ਕੋਈ ਸਿੱਖ, ਤਾਂ ਉਸ ਨੂੰ ਅਗਰ ਉਹ ਠੀਕ ਠਾਕ ਰਿਲੀਜੀਅਸ ਫੈਮਿਲੀ 'ਚ ਪੈਦਾ ਹੋਇਆ ਤਾਂ ਉਸ ਨੂੰ ਇਹ ਸਮਝਾਇਆ ਜਾਂਦਾ ਕਿ ਤੇਰੀ ਜਿਹੜੀ ਸਕ੍ਰਿਪਚਰ ਆ ਉਹ ਬੈਸਟ ਆ। ਤਾਂ ਇਸ ਕਰਕੇ ਇਹ ਗੱਲ ਦਾ ਆਉਣਾ ਸੁਭਾਵਿਕ ਹੈ, ਲਾਜ਼ਮੀ ਹੈ, ਹਰ ਕੋਈ ਬੰਦਾ ਸੋਚੂਗਾ। ਪਰ ਸਾਡਾ ਦਿਮਾਗ ਜਾਂ ਸਾਡੀ ਜਿਹੜੀ ਰੈਸ਼ਨਲ ਥਿੰਕਿੰਗ ਆ ਉਹ ਕਿੱਥੇ ਆਉਂਦੀ ਆ, ਅਸੀਂ ਆਪਣੇ ਅਕੋਰਡਿੰਗ ਨਾ ਚੈੱਕ ਕਰਨਾ ਹੁੰਦਾ ਆ। ਹੁਣ ਇੱਥੇ ਤੱਕ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰੂੰਗੀ ਕਿ ਜਿਹੜਾ ਤੁਸੀਂ ਪੁੱਛਿਆ ਐਬਸੋਲਿਊਟ ਟਰੁੱਥ, ਕਿ ਕਿਆ ਮੈਂ ਪ੍ਰੂਵ ਕਰ ਸਕਦੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਐਬਸੋਲਿਊਟ ਟਰੁੱਥ ਹੈ, ਤਾਂ ਇਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਡਿਫਾਈਨ ਕਰਨਾ ਪਊਗਾ ਕਿ ਟਰੁੱਥ ਹੁੰਦਾ ਕੀ ਆ। ਟਰੁੱਥ ਬਹੁਤ ਇੱਕ ਸਬਜੈਕਟਿਵ ਟਰਮ ਹੈ। ਟਰੁੱਥ ਓਬਜੈਕਟਿਵ ਕਦੀ ਨਹੀਂ ਹੁੰਦਾ। ਜਿਹੜਾ ਆਪਾਂ ਕਹਿੰਦੇ ਨਾ ਇਹ ਸੱਚ ਆ, ਮੇਰਾ ਸੱਚ ਕੁਛ ਹੋਰ ਹੋ ਸਕਦਾ, ਤੁਹਾਡਾ ਸੱਚ ਕੁਛ ਹੋਰ ਹੋ ਸਕਦਾ, ਕਿਸੇ ਹੋਰ ਦਾ ਸੱਚ ਕੁਛ ਹੋਰ ਹੋ ਸਕਦਾ। ਹੁਣ ਇਹਦੀ ਅਗਰ ਆਪਾਂ ਇਗਜ਼ਾਮਪਲ ਲੈਣੀ ਹੋਵੇ ਤਾਂ ਆਪਾਂ ਇੱਕ ਸਕ੍ਰਿਪਚਰ ਦੀ ਹੀ ਗੱਲ ਕਰ ਲਈਏ ਜਾਂ ਕਿਸੇ ਵੀ ਚੀਜ਼ ਦੀ ਲਿਖੀ ਹੋਈ ਚੀਜ਼ ਦੀ ਗੱਲ ਕਰ ਲਈਏ। ਮੰਨ ਲਓ ਕਿ ਇੱਕ ਸੈਂਟੈਂਸ ਆ, ਉਹ ਮੈਂ ਪੜ੍ਹਿਆ, ਮੈਨੂੰ ਉਹ ਸਮਝ ਲੱਗਾ ਕਿ ਮੰਨ ਲਓ ਇੱਕ ਸੈਂਟੈਂਸ ਬੜਾ ਇੰਪੋਰਟੈਂਟ, ਬੜਾ ਕਾਮਨ ਸੈਂਟੈਂਸ ਹੈ, ਰੋਕੋ ਨਾ ਕੌਮਾ ਜਾਣ ਦਿਓ। ਤੁਹਾਡੇ ਕੋਲ ਜਿਹੜਾ ਉਹ ਆਇਆ ਉਹਦੇ ਵਿੱਚੋਂ ਕੌਮਾ ਨਹੀਂ ਆਇਆ ਅਤੇ ਉਹ ਆ ਗਿਆ ਰੋਕੋ। ਮੈਂ ਗਲਤੀ ਨਾਲ ਰੋਕੋ ਕੌਮਾ ਨਾ ਜਾਣ ਦਿਓ ਲਿਖ ਕੇ ਭੇਜ ਦਿੱਤਾ। ਹੁਣ ਜਦੋਂ ਤੁਸੀਂ ਕਹੋਗੇ ਕਿ ਆਇਆ ਸੀ ਮੇਰੇ ਕੋਲ ਰੋਕੋ ਨਾ ਜਾਣ ਦਿਓ ਅਤੇ ਮੈਨੂੰ ਸੀਗਾ ਰੋਕੋ ਨਾ ਜਾਣ ਦਿਓ, ਹੈ ਤਾਂ ਵਰਡ ਸੇਮ ਨੇ, ਪਰ ਦੋਨਾਂ ਦਾ ਜਿਹੜਾ ਸੱਚ ਹੈ ਉਹ ਥੋੜ੍ਹਾ ਜਿਹਾ ਡਿਫਰੈਂਟ ਹੋ ਗਿਆ, ਕਿਉਂਕਿ ਸਾਡੇ ਦੋਵਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਉਹ ਪੰਕਚੁਏਸ਼ਨ ਮਾਰਕ ਨੇ ਚੇਂਜ ਕਰ ਦਿੱਤੀ ਹੈ ਨਾ। ਤਾਂ ਇਸ ਕਰਕੇ ਇੱਕ ਛੋਟਾ ਜਿਹਾ ਪੰਕਚੁਏਸ਼ਨ ਮਾਰਕ ਜਿਹੜਾ ਨਾ ਉਹ ਵੀ ਪੂਰਾ ਦਾ ਪੂਰਾ ਸੈਂਟੈਂਸ ਦਾ ਜਿਹੜੀ ਡੈਫੀਨੇਸ਼ਨ ਆ ਉਹਨੂੰ ਹੀ ਬਦਲ ਕੇ ਮੀਨਿੰਗ ਨੂੰ ਹੀ ਬਦਲ ਕੇ ਰੱਖ ਦਿੰਦਾ। ਤਾਂ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਜੋ ਇੰਟਰਪ੍ਰੇਟ ਮੈਂ ਕੀਤਾ ਉਹ ਸੱਚ ਸੀ, ਜੋ ਤੁਸੀਂ ਇੰਟਰਪ੍ਰੇਟ ਕੀਤਾ ਉਹ ਝੂਠ ਸੀ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਜੋ ਤੁਸੀਂ ਕੀਤਾ ਉਹ ਸੱਚ ਸੀ, ਜੋ ਮੈਂ ਕੀਤਾ ਉਹ ਝੂਠ ਸੀ। ਸਾਡੇ ਦੋਨਾਂ ਦੇ ਹੀ ਜਿਹੜੀਆਂ ਇੰਟਰਪ੍ਰੀਟੇਸ਼ਨਸ ਨੂੰ ਆਪਣੀ ਆਪਣੀ ਥਾਂ 'ਤੇ ਸਹੀ ਨੇ, ਸੱਚ ਨੇ। ਸਹੀ ਜਾਂ ਗਲਤ ਉਹ ਓਬਜੈਕਟਿਵ ਹੁੰਦਾ, ਸੱਚ ਜਾਂ ਝੂਠ ਜਿਹੜਾ ਉਹ ਹਮੇਸ਼ਾ ਸਬਜੈਕਟਿਵ ਹੁੰਦਾ। ਕਿਸੇ ਨੂੰ ਛੋਟੇ ਹੁੰਦਿਆਂ ਤੋਂ ਹੀ ਇਹ ਸਿਖਾਇਆ ਜਾਂਦਾ ਕਿ ਤੁਸੀਂ ਆਪਣੇ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਤੁਸੀਂ ਬਿਲਕੁਲ ਆਪਣਾ ਸਿਰ ਪ੍ਰੋਪਰ ਹੈ ਨਾ ਪਰਨਾ ਬੰਨ੍ਹ ਕੇ ਜਾਂ ਪੱਗ ਬੰਨ੍ਹ ਕੇ ਜਾਂ ਕਿਸੇ ਤਰੀਕੇ ਨਾਲ ਇੱਕ ਪ੍ਰੋਪਰ ਇੱਕ ਡਿਗਨੀਫਾਈਡ ਕੋਡ ਦੇ ਵਿੱਚ ਜਾਣਾ ਆ। ਤਾਂ ਕਿਸੇ ਨੂੰ ਇਹ ਸਿਖਾਇਆ ਜਾਂਦਾ ਵੀ ਕੋਈ ਗੱਲ ਨਹੀਂ, ਆਪਾਂ ਜਾਣਾ ਜਾ ਕੇ ਮੱਥਾ ਟੇਕ ਕੇ ਅਤੇ ਲੰਗਰ ਛਕ ਕੇ ਆ ਜਾਣਾ। ਉਹ ਉੱਥੋਂ ਬਾਹਰੋਂ ਰੁਮਾਲ ਲੈ ਕੇ ਵੀ ਬੰਨ੍ਹ ਲੈਂਦੇ ਆ। ਤਾਂ ਦੋਨਾਂ ਦੀ ਹੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਆ। ਹੁਣ ਦੋਵੇਂ ਜੇ ਆਪਾਂ ਸੱਚ ਦੀ ਗੱਲ ਕਰੀਏ ਤਾਂ ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਸੱਚ ਜਾਂ ਝੂਠ ਦੇ ਪੈਮਾਨੇ 'ਤੇ ਨਹੀਂ ਦੇਖਿਆ ਜਾ ਸਕਦਾ। ਸੋ ਮੇਰਾ ਕਹਿਣ ਦਾ ਅਰਥ ਇਹ ਆ ਕਿ ਜਿਹੜਾ ਸੱਚ ਹੁੰਦਾ ਨਾ, ਜਦੋਂ ਆਪਾਂ ਕਹਿੰਦੇ ਟਰੁੱਥ, ਤਾਂ ਟਰੁੱਥ ਬੜਾ ਸਬਜੈਕਟਿਵ ਟਰਮ ਹੈ। ਹਰ ਇੱਕ ਬੰਦੇ ਦਾ ਸੱਚ ਡਿਫਰੈਂਟ ਹੈ, ਹਰ ਇੱਕ ਬੰਦੇ ਦਾ ਸੱਚ ਵੱਖਰਾ ਵੱਖਰਾ ਹੈ। ਪਰ ਜਿਹੜੀ ਗੱਲ ਆਊਗੀ ਸਹੀ ਜਾਂ ਗਲਤ, ਆਪਾਂ ਉੱਥੇ ਚੀਜ਼ਾਂ ਨੂੰ ਪਰਖ ਸਕਦੇ ਹਾਂ। ਆਪਾਂ ਇਹ ਦੇਖ ਸਕਦੇ ਹਾਂ, ਮੈਂ ਇਹ ਕਿਉਂਕਿ ਜਦੋਂ ਤੁਸੀਂ ਇੱਕ ਸਿੱਖ ਨੂੰ ਸਮਝਾਉਣਾ ਸ਼ੁਰੂ ਕਰੋਗੇ ਤਾਂ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਨੂੰ ਸੱਚ ਸਮਝਣਾ ਸਿਰਫ ਇੰਨਾ ਹੀ ਬਹੁਤ ਆ ਕਿ ਉਹਨਾਂ ਦੇ ਗੁਰੂ ਨੇ ਹੁਕਮ ਕੀਤਾ। ਗੁਰੂ ਮਹਾਰਾਜ ਕਹਿੰਦੇ ਨੇ, ਬਾਣੀ ਵੱਜੀ ਚਹੋ ਜੁਗੀ ਸੱਚੋ ਸੱਚ ਸੁਣਾਈ। ਹੁਣ ਗੁਰੂ ਮਹਾਰਾਜ ਕਹਿੰਦੇ ਨੇ ਕਿ ਬਾਣੀ ਜਿਹੜੀ ਆ ਉਹ ਚੌਹਾਂ ਯੁਗਾਂ ਦੇ ਵਿੱਚ ਵੱਜੀ ਔਰ ਉਹ ਸੱਚੋ ਸੱਚ ਹੈ ਨਾ। ਹੁਣ ਜਦੋਂ ਗੁਰੂ ਮਹਾਰਾਜ ਨੇ ਕਹਿ ਤਾ ਕਿ ਬਾਣੀ ਸੱਚ ਹੈ, ਤਾਂ ਫਿਰ ਇੱਕ ਜਿਹੜਾ ਸਿੱਖ ਹੈ ਉਹਦੇ ਵਾਸਤੇ ਕਿਸੇ ਤਰੀਕੇ ਦੇ ਨਾਲ ਵੀ ਕੋਈ ਵੀ ਰੈਫਰੈਂਸ ਜਿਹੜੀ ਆ ਉਹ ਮੈਟਰ ਨਹੀਂ ਕਰਦੀ। ਗੁਰੂ ਪਾਤਸ਼ਾਹ ਨਾਲੋਂ, ਗੁਰੂ ਨਾਨਕ ਮਹਾਰਾਜ ਨਾਲੋਂ ਕੋਈ ਵੀ ਰੈਫਰੈਂਸ ਸਾਡੇ ਲਈ ਮੇਰੇ ਲਈ ਤਾਂ ਕਮ ਸੇ ਕਮ ਮੈਟਰ ਨਹੀਂ ਕਰਦੀ। ਅਗਰ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਆਹ ਸੱਚ ਹੈ ਤਾਂ ਉਹ ਸੱਚ ਹੈ। ਮੇਰੇ ਲਈ ਸਭ ਤੋਂ ਵੱਡੀ ਰੈਫਰੈਂਸ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਗੁਰੂ ਮਹਾਰਾਜ ਦਾ ਦਰ ਹੈ। ਅਗਰ ਉਹ ਕਹਿ ਰਹੇ ਨੇ ਕਿ ਸੱਚ ਹੈ ਤਾਂ ਫਿਰ ਸੱਚ ਹੈ।